ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੀ ਜਿਹੜੀ ਅਗਲੀ ਕਥਾ ਵਿਚਾਰ ਆ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਇੱਕ ਨਾ ਭਾਈ ਸ਼ੇਰ ਸਿੰਘ ਜੀ ਹੋਏ ਆ। ਜਿਹੜੇ ਭਾਈ ਸ਼ੇਰ ਸਿੰਘ ਸੀ ਇਹ ਬੜੇ ਉੱਚੀ ਆਤਮਿਕ ਅਵਸਥਾ ਦੇ ਮਾਲਕ ਹੋਏ ਆ। ਇਹ ਮਹਾਂਪੁਰਖਾਂ ਦੇ ਅਸਥਾਨ ਦੇ ਉੱਤੇ ਝਾੜੂ ਦੀ ਸੇਵਾ ਵੀ ਕਰਦੇ ਸੀ ਤੇ ਨਾਲ ਸਿਮਰਨ ਵੀ ਕਰਦੇ ਸੀਗੇ। ਇੱਕ ਵਾਰ ਘਟਨਾ ਇਸ ਤਰ੍ਹਾਂ ਵਾਪਰੀ ਕਿ ਜਦੋਂ ਇਹ ਝਾੜੂ ਤੇ ਨਾਲ ਸਿਮਰਨ ਕਰ ਰਹੇ ਸੀ ਉੱਥੇ ਅਸਥਾਨ ਦੇ ਉੱਪਰ, ਤੇ 4-5 ਸੱਜਣ ਜਿਹੜੇ ਸੀਗੇ ਉਹ ਵੀ ਜਿਹੜੇ ਸੀ ਆ ਕੇ ਬੈਠੇ ਹੋਏ ਸੀ। ਕੁਦਰਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਜਿਹੜੇ ਰੁਮਾਲਿਆਂ ਦੀ ਅਲਮਾਰੀ ਸੀ ਨਾ, ਉਸ ਅਲਮਾਰੀ ਨੂੰ ਜਿੰਦਰਾ ਲਾਇਆ ਸੀ ਗ੍ਰੰਥੀ ਸਿੰਘ ਨੇ, ਤੇ ਜਿਹੜੀ ਚਾਬੀ ਸੀਗੀ ਉਹ ਗੁੰਮ ਹੋ ਗਈ। ਜਦ ਚਾਬੀ ਗੁੰਮ ਹੋਈ ਬਹੁਤ ਯਤਨ ਕਰਨ ਦੇ ਨਾਲ ਵੀ ਚਾਬੀ ਲੱਭੀ ਨਹੀਂ, ਤੇ ਰੁਮਾਲਿਆਂ ਸਾਹਿਬ ਦੀ ਬੜੀ ਲੋੜ ਸੀਗੀ ਉਹਨਾਂ ਟਾਈਮਾਂ ਦੇ ਵਿੱਚ। ਜਦ ਚਾਬੀ ਨਹੀਂ ਲੱਭੀ ਤਾਂ ਫਿਰ ਸਾਰਿਆਂ ਨੇ ਇਹ ਸਲਾਹ ਕੀਤੀ ਕਿ ਚਲੋ ਇਸ ਤਰ੍ਹਾਂ ਕਰੋ ਕਿ ਆਪਾਂ ਜਿੰਦਾ ਤੋੜ ਦਿੰਦੇ ਹਾਂ। ਜਦ ਜਿੰਦੇ ਤੋੜਨ ਦੀ ਵਾਰੀ ਆਈ ਤਾਂ ਉਸ ਟਾਈਮ ਫਿਰ ਭਾਈ ਸ਼ੇਰ ਸਿੰਘ ਹੁਣਾਂ ਨੂੰ ਪੁੱਛਿਆ, ਪਰ ਭਾਈ ਸ਼ੇਰ ਸਿੰਘ ਜੀ ਗੁਰਮੁਖ ਸੁਭਾਅ ਹੋਣ ਕਾਰਨ ਕਹਿਣਗੇ ਕਹਿੰਦੇ ਭਾਈ ਜਿੰਦਾ ਨਹੀਂ ਤੋੜਨਾ, ਇਸ ਤਰ੍ਹਾਂ ਆਪਾਂ ਕਰਦੇ ਹਾਂ ਕਿ ਅਰਦਾਸ ਬੇਨਤੀ ਕਰਕੇ ਦੇਖ ਲੈਂਦੇ ਹਾਂ, ਕਿਉਂਕਿ ਅਰਦਾਸ ਦੇ ਵਿੱਚ ਬੜੀ ਸ਼ਕਤੀ ਆ, ਅਤੇ ਜਦੋਂ ਅਸੀਂ ਅਰਦਾਸ ਕਰਾਂਗੇ ਤਾਂ ਮਾਲਕ ਜ਼ਰੂਰ ਸਾਡੀ ਅਰਦਾਸ ਨੂੰ ਸੁਣੇਗਾ। ਜਦ ਇਹ ਗੱਲ ਭਾਈ ਸਾਹਿਬ ਹੁਣਾਂ ਨੇ ਕਹੀ ਤਾਂ 4-5 ਨਾਲ ਦੇ ਜਿਹੜੇ ਸਿੰਘ ਸੀ ਉਹ ਕਹਿਣ ਲੱਗੇ, ਕਹਿੰਦੇ ਜੇ ਇਹ ਗੱਲ ਵਾ ਤਾਂ ਭਾਈ ਸਾਹਿਬ ਜੀ ਇਸ ਤਰ੍ਹਾਂ ਕਰੋ, ਤੁਸੀਂ ਆਪ ਹੀ ਅਰਦਾਸ ਕਰੋ। ਦੇਖੋ ਭਾਈ ਸ਼ੇਰ ਸਿੰਘ ਹੁਣਾਂ ਨੇ ਜਿਹੜੀ ਉਹਨਾਂ ਨੂੰ ਅਰਦਾਸ ਥੋੜ੍ਹੀ ਬਹੁਤੀ ਆਉਂਦੀ ਸੀਗੀ, ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਔਰ ਬੇਨਤੀ ਕਰਦਿਆਂ ਇਹ ਬਚਨ ਕੀਤੇ ਕਿ ਜਿਹੜੀ ਅਲਮਾਰੀ ਆ ਇਹਦਾ ਜਿਹੜਾ ਜਿੰਦਾ ਹੈਗਾ ਗੁੰਮ ਹੋ ਗਿਆ, ਕਿਰਪਾ ਕਰੋ ਕਿ ਜਿਹੜਾ ਜਿੰਦਾ ਹੈਗਾ ਇਹ ਕਿਸੇ ਤਰੀਕੇ ਦੇ ਨਾਲ ਜਿਹੜਾ ਖੁੱਲ੍ਹ ਜਾਵੇ। ਜਦ ਇਹ ਬੇਨਤੀ ਕਰਕੇ ਭਾਈ ਸ਼ੇਰ ਸਿੰਘ ਹੁਣਾਂ ਨੇ ਅਰਦਾਸ ਬੇਨਤੀ ਕੀਤੀ ਤਾਂ ਪਰ ਦੇਖੋ ਇਸੇ ਹੀ ਅਰਦਾਸ ਦਾ ਚਮਤਕਾਰ ਐਸਾ ਹੋਇਆ ਕਿ ਜਿਉਂ ਹੀ ਜਿੰਦੇ ਨੂੰ ਹੱਥ ਲਾਇਆ ਜਿੰਦਾ ਆਪਣੇ ਆਪ ਹੀ ਖੁੱਲ੍ਹ ਗਿਆ। ਜਦ ਜਿੰਦਾ ਆਪਣੇ ਆਪ ਖੋਲ੍ਹਿਆ ਤਾਂ ਇਹ ਦੇਖ ਕੇ 4-5 ਸਿੰਘ ਨਾਲ ਦੇ ਜਿਹੜੇ ਸੀ ਬੜੇ ਹੈਰਾਨ ਹੋਏ। ਪਰ ਇੱਥੇ ਜਿਹੜੇ ਜਿੰਦੇ ਖੋਲ੍ਹਣ ਦੇ ਨਾਲ ਭਾਈ ਸਾਹਿਬ ਜੀ ਦੇ ਉੱਤੇ ਦੂਸਰੀ ਕਿਰਪਾ ਅਕਾਲ ਪੁਰਖ ਦੀ ਐਸੀ ਹੋਈ ਭਾਈ ਸ਼ੇਰ ਸਿੰਘ ਹੁਣਾਂ ਦੇ ਉੱਤੇ ਕਿ ਜਿੱਥੇ ਅਲਮਾਰੀ ਦਾ ਜਿੰਦਾ ਖੁੱਲ੍ਹਾ ਉੱਥੇ ਉਹਨਾਂ ਦੇ ਕਪਾਟ ਵੀ ਖੁੱਲ੍ਹ ਗਏ, ਅਤੇ ਉਹਨਾਂ ਦੀ ਐਸੀ ਜਿਹੜੀ ਹਾਲਤ ਜਿਹੜੀ ਯਕਦਮ ਬਦਲ ਗਈ ਕਿ ਉਹਨਾਂ ਦੇ ਅੰਦਰ ਜਿਹੜੀਆਂ ਵਾਹਿਗੁਰੂ ਦੀ ਕਿਰਪਾ ਦੀਆਂ ਜਿੰਨੀਆਂ ਵੀ ਜਿਹੜੀਆਂ ਰਿੱਧੀਆਂ ਸਿੱਧੀਆਂ ਖਜ਼ਾਨੇ ਸਾਰੇ ਪ੍ਰਗਟ ਹੋ ਗਏ ਸੀ। ਤਾਂ ਭਾਈ ਸਾਹਿਬ ਜੀ ਦੀ ਐਸੀ ਉੱਚ ਅਵਸਥਾ ਹੋਈ ਸੀਗੀ ਕਿ ਜੋ ਵੀ ਬਚਨ ਕਰਦੇ ਸੀ ਨਾ ਭਾਈ ਭਾਈ ਸ਼ੇਰ ਸਿੰਘ ਹੋਣੀ ਜੀ, ਉਹ ਸੱਤ ਹੋ ਜਾਂਦੀ। ਇੱਥੋਂ ਤੱਕ ਕਿ ਉਸ ਟਾਈਮ ਦੇ ਜਿਹੜੇ DIG ਜਿਹੜੇ ਪੰਜਾਬ ਪੁਲਿਸ ਦੇ ਸੀਗੇ, ਉਹਨਾਂ ਦੀ ਜਿਹੜੀ ਘਰਵਾਲੀ ਸੀ, ਉਸ ਘਰਵਾਲੀ ਨੂੰ ਜਿਹੜਾ ਸੀਗਾ ਉਹ ਕੋਹੜ ਦਾ ਰੋਗ ਹੋ ਗਿਆ ਸੀਗਾ, ਅਤੇ ਜਦੋਂ ਇਹ ਜਿਹੜਾ ਕੁਸ਼ਟ ਦਾ ਰੋਗ ਸੀਗਾ ਇਹ ਵੀ ਭਾਈ ਸ਼ੇਰ ਸਿੰਘ ਹੁਣਾਂ ਦੀ ਬਦੌਲਤ ਹੀ ਉਹਦਾ ਜਿਹੜਾ ਰੋਗ ਸੀਗਾ 9/9 ਹੋ ਗਿਆ ਸੀਗਾ। ਸੋ ਐਸੀ ਕਿਰਪਾ ਜਿਹੜੀ ਸੀ ਇਹ ਭਾਈ ਸ਼ੇਰ ਸਿੰਘ ਹੁਣਾਂ 'ਤੇ ਅਕਾਲ ਪੁਰਖ ਦੀ ਹੋਈ ਸੀ। ਸੋ ਅਗਲੀ ਜਿਹੜੀ ਘਟਨਾ ਉਹ ਇਹ ਆ ਕਿ ਇੱਕ ਵਾਰ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੁਣੀ ਸ਼ਾਮ ਦੇ ਟਾਈਮ ਰਹਿਰਾਸ ਸਾਹਿਬ ਦਾ ਪਾਠ ਕਰਕੇ ਹਟੇ, ਅਤੇ ਨਾਲ ਹੀ ਜਿਹੜਾ ਸੀਗਾ ਉਹ ਸਿਮਰਨ ਸਾਧਨਾ ਕਰਦੇ ਸੀ। ਜਦ ਸਿਮਰਨ ਸਾਧਨਾ ਕਰ ਰਹੇ ਸੀ ਅਚਨਚੇਤ ਧਿਆਨ ਇਹਨਾਂ ਦਾ ਇੱਕ ਸਤਸੰਗੀ ਸੀਗਾ ਉਹ ਧਿਆਨ ਦੇ ਵਿੱਚ ਆ ਗਿਆ। ਉਹ ਧਿਆਨ 'ਚ ਕੀ ਆਇਆ ਕਿ ਭਾਈ ਸਾਹਿਬ ਹੁਣੀ ਸਰਗੋਧੇ ਬੈਠੇ ਆ, ਇਹ ਸਰਗੋਧੇ ਦੀ ਘਟਨਾ ਹੈਗੀ ਆ, ਅਤੇ ਇਹਨਾਂ ਦਾ ਜਿਹੜਾ ਇੱਕ ਸਤਸੰਗੀ ਸੀਗਾ ਉਹ ਲਾਹੌਰ ਦੇ ਵਿੱਚ ਜਿਹੜਾ ਸੀਗਾ ਉਹ ਸੜਕ ਦੇ ਉੱਤੋਂ ਵਾਹੇ ਦਾਹੀ ਜਿਹੜਾ ਸੀ ਜਾ ਰਿਹਾ ਸੀਗਾ। ਕਿਉਂਕਿ ਉਸ ਟਾਈਮ ਉਹਦੇ ਅੰਦਰ ਜਿਹੜਾ ਕਾਮ ਦਾ ਫੁਰਨਾ ਸੀਗਾ ਉਹ ਇੰਨਾ ਪ੍ਰਬਲ ਹੋ ਚੁੱਕਾ ਸੀਗਾ ਕਿ ਉਹ ਇਸ ਦੀ ਪੂਰਤੀ ਵਾਸਤੇ ਕਿਸੇ ਦੂਸਰੇ ਅਸਥਾਨ ਦੇ ਉੱਤੇ ਜਿਹੜਾ ਸੀਗਾ ਉਹ ਜਾ ਰਿਹਾ ਸੀਗਾ। ਜਦੋਂ ਬਾਬਾ ਹਰਨਾਮ ਸਿੰਘ ਹੁਣਾਂ ਨੇ ਜਾਣੀ ਕਿ ਉਸ ਨੂੰ ਇਸ ਹਾਲਤ ਦੇ ਵਿੱਚ ਤੱਕਿਆ ਅਤੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਇਹ ਸਾਡਾ ਜਿਹੜਾ ਹੈਗਾ ਇਹ ਸਤਸੰਗੀ ਹੈਗਾ, ਅਗਰ ਇਹ ਅੱਜ ਇਸ ਕਾਮ ਵਾਸ਼ਨਾ ਵਿੱਚ ਡਿੱਗ ਪਵੇਗਾ ਤਾਂ ਇਹਦੀ ਜ਼ਿੰਦਗੀ ਤਬਾਹ ਹੋ ਜਾਊਗੀ। ਕਿਉਂ ਨਾ ਹੋਵੇ ਕਿ ਇਹਨੂੰ ਇਸ ਕੰਮ ਤੋਂ ਜਿਹੜਾ ਰੋਕਿਆ ਜਾਵੇ। ਦੇਖੋ ਇਹ ਸੋਚ ਵਿਚਾਰ ਕਰਕੇ ਸੰਤ ਬਾਬਾ ਹਰਨਾਮ ਸਿੰਘ ਜੀ ਉਸੇ ਟਾਈਮ ਜਿਹੜੇ ਸੂਖਮ ਸਰੀਰ ਰਾਹੀਂ ਲਾਹੌਰ ਪਹੁੰਚ ਗਏ। ਜਦ ਲਾਹੌਰ ਪਹੁੰਚ ਗਏ ਤਾਂ ਉੱਥੇ ਜਦ ਉਹ ਸੜਕ 'ਤੇ ਜਿਹੜਾ ਸੀਗਾ ਜਾ ਰਿਹਾ ਸੀਗਾ ਉਹਨੂੰ ਉਹ ਤੋਂ ਅੱਗੇ ਹੋ ਕੇ ਉਹਦੇ ਟੱਕਰ ਪਏ। ਜਦ ਉਹਨੂੰ ਅੱਗੇ ਹੋ ਕੇ ਮਿਲੇ ਆ ਬਾਬਾ ਹਰਨਾਮ ਸਿੰਘ ਹੁਣੀ, ਅਤੇ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਉਹਨੂੰ ਅੱਗੇ ਜਾ ਕੇ ਨਾਲ ਹੀ ਆਵਾਜ਼ ਜਿਹੜੀ ਮਾਰੀ
ਕਹਿਣ ਲੱਗੇ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਕਿੱਧਰ ਜਾ ਰਹੇ ਹੋ? ਅਸੀਂ ਤਾਂ ਤੁਹਾਨੂੰ ਮਿਲਣ ਵਾਸਤੇ ਇੱਥੇ ਆਏ ਹਾਂ। ਇੰਨੀ ਗੱਲ ਕਹਿਣ ਦੀ ਦੇਰ ਹੋਆ ਜਿਉਂ ਹੀ ਇਹਨਾਂ ਦੇ ਸਤਸੰਗੀ ਨੇ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਦੇਖਿਆ, ਤੱਕਿਆ ਤਾਂ ਬੁਰੀ ਤਰ੍ਹਾਂ ਜਿਹੜਾ ਸੀਗਾ ਉਹ ਘਬਰਾ ਗਿਆ, ਭੈਭੀਤ ਹੋ ਗਿਆ ਕਿ ਸੰਤ ਬਾਬਾ ਹਰਨਾਮ ਸਿੰਘ ਹੁਣੀ ਇਸ ਟਾਈਮ ਰਸਤੇ 'ਚ ਮੈਨੂੰ ਮਿਲਿਆ। ਇਹ ਦੇਖ ਕੇ ਉਹ ਮਨ ਹੀ ਮਨ ਜਿਹੜਾ ਸੀਗਾ ਬੜਾ ਸ਼ਰਮਸਾਰ ਹੋਇਆ ਅਤੇ ਮਹਾਂਪੁਰਖਾਂ ਦੇ ਚਰਨਾਂ ਦੇ ਨਾਲ ਜਿਹੜਾ ਸੀਗਾ ਮੱਥਾ ਟੇਕ ਕੇ ਜਿਹੜਾ ਸੀ ਉਹ ਬੈਠ ਗਿਆ। ਜੱਟ ਬੈਠ ਗਿਆ ਤਾਂ ਬਾਬਾ ਹਰਨਾਮ ਸਿੰਘ ਹੁਣੀ ਉਹਨੂੰ ਕਹਿਣ ਲੱਗੇ, ਕਹਿੰਦੇ ਚੱਲ ਭਾਈ ਅਸੀਂ ਤੇਰੇ ਨਾਲ ਤੇਰੇ ਘਰ ਚੱਲਦੇ ਹਾਂ। ਜਦ ਇੰਨੀ ਗੱਲ ਕਹਿਣ ਦੀ ਢੇਰ ਸੀ, ਇਹਨਾਂ ਦਾ ਜਿਹੜਾ ਸਤਸੰਗੀ ਸੀਗਾ ਸਾਥੀ, ਉਹ ਅੱਗੇ ਅੱਗੇ ਆਪਣੇ ਘਰ ਵੱਲ ਨੂੰ ਤੁਰ ਪਿਆ ਅਤੇ ਸੰਤ ਬਾਬਾ ਹਰਨਾਮ ਸਿੰਘ ਹੁਣੀ ਉਹਦੇ ਨਾਲ ਪਿੱਛੇ ਪਿੱਛੇ ਤੁਰ ਪਏ। ਜਦੋਂ ਘਰ ਦੇ ਕੋਲ ਪਹੁੰਚਾ ਅਤੇ ਜਦ ਉਹਨੇ ਕੀ ਦੇਖਿਆ, ਘਰ ਵੜਦੇ ਸਾਰੇ ਉਹਨੇ ਦੇਖਿਆ ਕਿ ਬਾਹਰ ਤਾਂ ਕੋਈ ਵੀ ਉਹਨੂੰ ਨਜ਼ਰ ਨਹੀਂ ਆਇਆ, ਨਾ ਸੰਤ ਬਾਬਾ ਹਰਨਾਮ ਸਿੰਘ ਹੁਣੀ ਨਜ਼ਰ ਆਏ ਅਤੇ ਨਾ ਕੋਈ ਹੋਰ ਨਜ਼ਰ ਆਇਆ। ਇਹ ਦੇਖ ਕੇ ਇਹਨਾਂ ਦਾ ਜਿਹੜਾ ਸਤਸੰਗੀ ਮਿੱਤਰ ਸੀਗਾ ਉਹ ਬੜਾ ਹੈਰਾਨ ਹੋਇਆ ਉਹਨਾਂ ਟਾਈਮਾਂ ਦੇ ਵਿੱਚ। ਜਦ ਹੈਰਾਨ ਹੋਇਆ ਤਾਂ ਫਿਰ ਉਹਦੇ ਅੰਦਰ ਹੈ ਨਾ ਜਿਹੜਾ ਵਿਰਾਗ ਸੀਗਾ ਉਹ ਮਹਾਂਪੁਰਖਾਂ ਦੇ ਪ੍ਰਤੀ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਅੰਦਰ ਬਹਿ ਗਿਆ। ਉਹਨੂੰ ਅਸਲੀ ਗੱਲ ਤਾਂ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਮੈਂ ਬੜੇ ਗਲਤ ਕੰਮ ਵਾਸਤੇ ਜਾ ਰਿਹਾ ਸੀਗਾ, ਪਰ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਮੈਨੂੰ ਦਰਸ਼ਨ ਦੇ ਕੇ ਅਤੇ ਇਸ ਕੰਮ ਤੋਂ ਵਰਜਣ ਵਾਸਤੇ ਸਾਰੀ ਖੇਡ ਜਿਹੜੀ ਆ ਉਹ ਇਸ ਟਾਈਮ ਖੇਡੀ ਹੈਗੀ ਆ। ਜਦ ਇਹ ਮਨ ਦੇ ਵਿੱਚ ਆਇਆ ਫਿਰ ਉਹਦੇ ਮਨ ਦੇ ਵਿੱਚ ਬੜਾ ਵਿਰਾਗ ਹੋਇਆ। ਪਰ ਦੂਸਰੇ ਦਿਨ ਫਿਰ ਉਹ ਸੱਜਣ ਜਿਹੜਾ ਸੀਗਾ ਸਰਗੋਧੇ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਦੇ ਪਾਸ ਪਹੁੰਚਿਆ ਸੀਗਾ। ਉੱਥੇ ਜਾ ਕੇ ਆਪਣੀ ਭੁੱਲ ਚੁੱਕ ਦੀ ਮਾਫੀ ਮੰਗੀ ਸੀ। ਫਿਰ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਉਹ ਸੱਜਣ ਨੂੰ ਜਿਹੜਾ ਸੀਗਾ ਉਹ ਗਿਆਨ ਦਾ ਉਪਦੇਸ਼ ਦਿੱਤਾ ਸੀਗਾ, ਸੱਚ ਦਾ ਉਪਦੇਸ਼ ਦਿੱਤਾ ਅਤੇ ਸਾਰਾ ਇਹ ਦੱਸਿਆ ਸੀਗਾ ਕਿ ਕਿਵੇਂ ਏਕਾ ਨਾਰੀ ਜਿਹੜਾ ਜਤੀ ਪੁਰਸ਼ ਹੈ, ਪਰ ਨਾਰੀ ਧੀ ਭੈਣ ਬਖਾਨੇ, ਇਸ ਤਰ੍ਹਾਂ ਦੇ ਵਚਨ ਜਿਹੜੇ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਉਹ ਸੱਜਣਾ ਸਾਂਝੇ ਕੀਤੇ ਸੀਗੇ। ਫਿਰ ਉਹਨੂੰ ਧਰਮ ਦੇ ਵਿੱਚ ਦ੍ਰਿੜ ਕਰਨ ਦਾ ਜਿਹੜੇ ਸੀਗੇ ਸਾਰੀਆਂ ਯੁਕਤੀਆਂ ਦੱਸੀਆਂ ਸੀਗੀਆਂ। ਫਿਰ ਉਹ ਸੱਜਣ ਦਾ ਜਿਹੜਾ ਜੀਵਨ ਸੀਗਾ ਨਾ ਫਿਰ ਇਸ ਪਾਸੋਂ ਬਿਲਕੁਲ ਜਿਹੜਾ ਸੀਗਾ ਉਹ ਮੁੜ ਗਿਆ ਸੀਗਾ ਅਤੇ ਫਿਰ ਉਹ ਆਪਣੇ ਧਰਮ ਦੇ ਵਿੱਚ ਪੂਰੀ ਤਰ੍ਹਾਂ ਪਰਪੱਕ ਹੋ ਗਿਆ ਸੀਗਾ। ਇਹ ਹੈ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਦਾ ਆਪਣੇ ਸਤਸੰਗੀਆਂ ਦੇ ਪ੍ਰਤੀ ਪੂਰਾ ਧਿਆਨ ਦੇ ਵਿੱਚ ਰੱਖਣਾ, ਪੂਰਾ ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਨੂੰ ਆਪਣੇ ਧਰਮ ਚਰਨ ਤੋਂ ਡਿੱਗਣ ਨਹੀਂ ਦੇਣਾ, ਉਹਨਾਂ ਦੀ ਹਰ ਸੰਭਵ ਜਿਹੜੀ ਸਹਾਇਤਾ ਕਰਨੀ ਹੈ। ਇਸ ਤਰ੍ਹਾਂ ਦੀ ਇੱਕ ਦੂਸਰੀ ਘਟਨਾ ਹੈ ਕਿ ਇੱਕ ਬੀਬੀ ਜਲੰਧਰ ਮਾਡਲ ਟਾਊਨ ਰਹਿੰਦੀ ਸੀਗੀ। ਉਸ ਬੀਬੀ ਦੇ 2 ਲੜਕੇ ਸੀਗੇ, 1 ਲੜਕੀ ਸੀ ਅਤੇ ਵੱਡਾ ਜਿਹੜਾ ਲੜਕਾ ਸੀਗਾ ਉਸ ਬੀਬੀ ਦਾ ਉਹ ਇੰਗਲੈਂਡ ਵਿਆਹਿਆ ਹੋਇਆ ਸੀ। ਜਦੋਂ ਇੰਗਲੈਂਡ ਵਿਆਹਿਆ ਅਤੇ ਦੇਖੋ ਹੁਣ ਉਹ ਜਿਹੜਾ ਬੱਚਾ ਇੰਗਲੈਂਡ ਵਿਆਹਿਆ ਵੱਡੇ ਘਰਾਂ ਦੇ ਹੋਣ ਕਰਕੇ ਇੱਥੇ ਜਿਹੜੇ ਸੀਗੇ ਉਹਨੇ ਆਪਣੇ ਟਾਈਮ ਦੇ ਵਿੱਚ ਮਾਤਾ ਪਿਤਾ ਦੇ ਸਮੇਂ ਦੇ ਵਿੱਚ ਪੂਰੀ ਜਿਹੜੀ ਰੱਜ ਕੇ ਜਾਣੀ ਕਿ ਇਹ ਕਹਿ ਲਓ ਕਿ ਐਸ਼ ਕੀਤੀ ਸੀ। ਕੋਈ ਕੰਮ ਕਰ ਹੱਥੀਂ ਇੰਨਾ ਜ਼ੋਰ ਦਾ ਨਹੀਂ ਸੀ ਕੀਤਾ, ਪਰ ਬਾਹਰ ਜ਼ਿੰਦਗੀ ਨੂੰ ਸੈਟਲ ਕਰਨ ਵਾਸਤੇ ਜਿਹੜੇ ਸੀਗੇ ਆਪਾਂ ਜਾਣਦੇ ਹਾਂ ਕਿ ਸਾਰੇ ਜ਼ੋਰ ਦੇ ਕੰਮ ਕਰਨੇ ਪੈਂਦੇ ਆ। ਜਿਸ ਕਰਕੇ ਉਸ ਬੀਬੀ ਦਾ ਜਿਹੜਾ ਲੜਕਾ ਸੀਗਾ ਨਾ ਇੰਗਲੈਂਡ ਦੇ ਵਿੱਚ ਉਹ ਇੰਨਾ ਕੰਮ ਕਰ ਜਿਹੜਾ ਸੀਗਾ ਜ਼ੋਰ ਦਾ ਕਰਨ ਤੋਂ ਜਿਹੜਾ ਸੀਗਾ ਸੰਕੋਚ ਕਰਨ ਲੱਗਾ। ਜਿਉਂ ਕਹਿ ਲਓ ਕਿ ਉਹਨੇ ਬਹਾਨਾ ਕਰ ਦਿੱਤਾ, ਘਰ ਚਿੱਠੀ ਪਾਈ ਕਿ ਮੇਰਾ ਇੰਗਲੈਂਡ ਦੇ ਵਿੱਚ ਦਿਲ ਨਹੀਂ ਲੱਗਦਾ ਹੈਗਾ, ਇਸ ਕਰਕੇ ਮੈਂ ਜਲਦੀ ਹੈ ਨਾ ਵਾਪਸ ਆ ਜਾਣਾ ਹੈਗਾ। ਜਦ ਇਹ ਚਿੱਠੀ ਉਹਨਾਂ ਦੇ ਘਰਦਿਆਂ ਨੂੰ ਮਾਡਲ ਟਾਊਨ ਜਿਹੜੀ ਸੀਗੀ ਉਹ ਪਹੁੰਚੀ ਆ, ਉਹਨਾਂ ਦੀ ਜਿਹੜੀ ਬੀਬੀ ਸੀ ਮਾਤਾ ਜੀ ਉਹ ਚਿੱਠੀ ਲੈ ਕੇ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਦੇ ਪਾਸ ਪਹੁੰਚੇ। ਜਦ ਰਾਮਪੁਰ ਖੇੜੇ ਆਏ ਅਤੇ ਫਿਰ ਆ ਕੇ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ ਵੀ ਦੇਖੋ ਮੇਰੇ 2 ਲੜਕੇ 1 ਲੜਕੀ ਆ। ਵੱਡਾ ਲੜਕਾ ਬੜੀ ਮੁਸ਼ਕਲ ਦੇ ਨਾਲ ਇੰਗਲੈਂਡ ਭੇਜਿਆ ਹੈਗਾ, ਉੱਥੇ ਵਿਆਹ ਵੀ ਕੀਤਾ ਹੈਗਾ, ਪਰ ਹੁਣ ਉਹ ਕਹਿੰਦਾ ਕਿ ਮੇਰਾ ਉੱਥੇ ਦਿਲ ਨਹੀਂ ਲੱਗਦਾ ਅਤੇ ਅਗਰ ਉਹ ਵਾਪਸ ਆ ਗਿਆ ਤਾਂ ਫਿਰ ਜਿਹੜੀ ਨੂੰਹ ਮੇਰੀ ਹੈਗੀ ਉਹ ਵੀ ਫਿਰ ਵਾਪਸ ਆ ਜਾਊਗੀ। ਫਿਰ ਇਸ ਤਰ੍ਹਾਂ ਦਾ ਜਿਹੜਾ ਸਾਰਾ ਜੀਵਨ ਹੈਗਾ ਉਹਨਾਂ ਦਾ ਜੋ ਮੈਂ ਆਪਣੇ ਮਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਬਾਰੇ ਸੋਚਿਆ ਸੀਗਾ ਉਹ ਸਾਰਾ ਉਥਲ ਪੁਥਲ ਹੋ ਜਾਊਗਾ ਅਤੇ ਫਿਰ ਬੜਾ ਮੁਸ਼ਕਿਲ ਹੋ ਜਾਊਗੀ ਜ਼ਿੰਦਗੀ 'ਚ। ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਹਰਨਾਮ ਸਿੰਘ ਹੁਣਾਂ ਨੇ ਉਸ ਬੀਬੀ ਨੂੰ ਹੌਸਲਾ ਦਿੱਤਾ, ਕਹਿਣ ਲੱਗੇ ਬੀਬਾ ਇਸ ਤਰ੍ਹਾਂ ਕਰਿਆ ਕਰ ਕਿ ਤੂੰ ਜਿੱਥੇ ਰੋਜ਼ ਨਿਤਨੇਮ ਕਰਦੀ ਹੈ ਉੱਥੇ 5 ਪਾਠ ਜਪਜੀ ਸਾਹਿਬ ਦੇ ਵੀ ਰੋਜ਼ ਕਰਿਆ ਕਰ। ਸੋ ਇਸ ਤਰ੍ਹਾਂ ਦਾ ਦਿਲਾਸਾ ਦੇ ਕੇ ਬਾਬਾ ਹਰਨਾਮ ਸਿੰਘ ਹੁਣਾਂ ਨੇ ਉਸ ਬੀਬੀ ਨੂੰ ਜਿਹੜਾ ਸੀਗਾ ਘਰ ਤੋਰ ਦਿੱਤਾ। ਉਸ ਤੋਂ ਬਾਅਦ ਉਹ ਜਦੋਂ ਬੀਬੀ 1-2 ਹਫ਼ਤੇ ਬਾਅਦ ਦੁਬਾਰਾ ਫਿਰ ਆਈ ਤਾਂ ਉਹਦੇ ਹੱਥ 'ਚ ਇੱਕ ਚਿੱਠੀ ਸੀ ਅਤੇ ਉਹਨੇ ਆ ਕੇ ਫਿਰ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਤਾਂ ਉਹ ਬੀਬੀ ਕਹਿਣ ਲੱਗੀ ਕਿ ਮੇਰੇ ਲੜਕੇ ਦੀ ਚਿੱਠੀ ਆਈ ਆ, ਪਰ ਚਿੱਠੀ ਪੜ੍ਹ ਕੇ ਮੈਂ ਵੀ ਬੜੀ ਹੈਰਾਨ ਹਾਂ ਕਿਉਂਕਿ ਚਿੱਠੀ ਦੀ ਮੈਨੂੰ ਬਹੁਤ ਹੀ ਸਮਝ ਨਹੀਂ ਆਈ, ਪਰ ਇੰਨਾ ਜ਼ਰੂਰ ਮੈਨੂੰ ਪਤਾ ਹੈਗਾ ਕਿ ਮੇਰੇ ਲੜਕੇ ਨੇ ਦੱਸਿਆ ਹੈਗਾ ਕਿ ਮੇਰਾ ਹੁਣ ਜਿਹੜਾ ਕੰਮ ਕਾਰ 'ਚ ਪੂਰੀ ਤਰ੍ਹਾਂ ਦਿਲ ਲੱਗ ਗਿਆ ਹੈਗਾ, ਮੇਰਾ ਚਿੱਤ ਲੱਗ ਗਿਆ ਹੈਗਾ, ਹੁਣ ਮੈਂ ਇੱਥੇ ਇੰਡੀਆ ਨਹੀਂ ਆਉਣਾ ਹੈਗਾ, ਇਸ ਕਰਕੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਕਰਨਾ। ਜਦ ਇਹ ਜਿਹੜੀ ਚਿੱਠੀ ਸੀ ਹੈ ਨਾ ਮਾਡਲ ਟਾਊਨ ਵਾਲੀ ਬੀਬੀ ਨੇ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਦਿਖਾਈ ਸੀ ਅਤੇ ਉਸ ਟਾਈਮ ਸੰਤ ਬਾਬਾ ਸੇਵਾ ਸਿੰਘ ਹੁਣੀ ਜਿਹੜੇ ਨਾਲ ਸੀਗੇ। ਫਿਰ ਸੰਤ ਬਾਬਾ ਹਰਨਾਮ ਸਿੰਘ ਹੁਣਾਂ ਨੇ ਉਹ ਚਿੱਠੀ ਹੈ ਨਾ ਬਾਬਾ ਸੇਵਾ ਸਿੰਘ ਹੁਣਾਂ ਨੂੰ ਫੜਾ ਕੇ ਕਹਿਣ ਲੱਗੇ, ਕਹਿੰਦੇ ਵੀ ਇਹ ਚਿੱਠੀ ਹੈ ਨਾ ਤੂੰ ਪੜ੍ਹ ਕੇ ਸੁਣਾ। ਜਦ ਭਾਈ ਸਾਹਿਬ ਭਾਈ ਸੇਵਾ ਸਿੰਘ ਹੁਣਾਂ ਨੇ ਉਹ ਚਿੱਠੀ ਜਿਹੜੀ ਸੀ ਨਾ ਪੜ੍ਹ ਕੇ ਸੁਣਾਈ,
ਉਹਦੇ ਵਿੱਚ ਬੜਾ ਹੈਰਾਨੀਜਨਕ ਜਾਣੀ ਉਹਦੇ ਵਿੱਚ ਲਿਖਿਆ ਸੀਗਾ। ਉਹਦੇ ਵਿੱਚ ਉਸ ਬੱਚੇ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਅੱਜ ਮੈਂ ਬਹੁਤ ਹੀ ਉਦਾਸ ਸੀਗਾ, ਅਤੇ ਉਦਾਸ ਮਨ ਕਰਕੇ ਨਾ ਮੈਂ ਇੱਕ ਪਾਰਕ 'ਚ ਬੈਠਾ ਸੋਚ ਰਿਹਾ ਸੀਗਾ ਕਿ ਹੁਣ ਮੈਂ ਕੀ ਕਰਾਂ, ਵੀ ਮੈਂ ਹੁਣ ਇੰਡੀਆ ਜਾਵਾਂ ਜਾਂ ਨਾ ਜਾਵਾਂ। ਕਹਿੰਦੇ ਮੈਂ ਸੋਚ ਹੀ ਜਿਹੜਾ ਰਿਹਾ ਸੀਗਾ ਕਿ ਅਚਨਚੇਤ ਉੱਥੇ ਸੰਤ ਬਾਬਾ ਹਰਨਾਮ ਸਿੰਘ ਹੋਣੀ ਮੈਨੂੰ ਪਾਰਕ ਦੇ ਵਿੱਚ ਮਿਲਿਆ। ਪਾਰਕ 'ਚ ਮਿਲਿਆ ਅਤੇ ਉਹਨਾਂ ਨੂੰ ਦੇਖ ਕੇ ਮੈਂ ਬੜਾ ਹੈਰਾਨ ਹੋਇਆ। ਅਤੇ ਫਿਰ ਜਦੋਂ ਮੈਂ ਮੈਂ ਮੱਥਾ ਟੇਕਿਆ ਤਾਂ ਬਾਬਾ ਹਰਨਾਮ ਸਿੰਘ ਹੋਣਾ ਨੇ ਮੇਰਾ ਹਾਲ ਚਾਲ ਪੁੱਛਿਆ। ਅੱਧਾ ਘੰਟਾ ਮੇਰੇ ਨਾਲ ਉਹਨਾਂ ਨੇ ਉਸ ਪਾਰਕ ਦੇ ਵਿੱਚ ਗੱਲਬਾਤ ਕੀਤੀ, ਅਤੇ ਗੱਲਬਾਤ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਕੋਈ ਗੱਲ ਨਹੀਂ, ਜਦੋਂ ਪਹਿਲਾਂ ਇਨਸਾਨ ਜਿਹੜਾ ਬਾਹਰ ਆਉਂਦਾ ਹੈਗਾ ਉਸ ਟਾਈਮ ਉਹਨੂੰ ਕੁਛ ਦਿਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਹੌਲੀ ਹੌਲੀ ਇਹੋ ਹੀ ਮੁਲਕ ਜਿਹੜਾ ਆਪਣੇ ਮੁਲਕ ਨਾਲੋਂ ਵੀ ਵਧੀਆ ਲੱਗਣ ਲੱਗ ਪੈਂਦਾ ਹੈਗਾ। ਉਹਦੇ ਬਾਅਦ ਫਿਰ ਸੰਤ ਬਾਬਾ ਹਰਨਾਮ ਸਿੰਘ ਨੇ ਕਿਹਾ ਸੀਗਾ ਕਿ ਅਗਰ ਤੇਰਾ ਇੰਗਲੈਂਡ ਦੇ ਵਿੱਚ ਹੁਣ ਦਿਲ ਨਹੀਂ ਲੱਗਦਾ ਤੂੰ ਇਸ ਤਰ੍ਹਾਂ ਕਰਿਆ ਕਰ, ਜਿੱਥੇ ਪਾਠ ਪੂਜਾ ਅਤੇ ਸਿਮਰਨ ਕਰਿਆ ਕਰ, ਅਤੇ ਨਾਲ ਰਾਤ ਨੂੰ ਅਰਦਾਸ ਬੇਨਤੀ ਕਰਿਆ ਕਰ, ਅਤੇ ਇਹਦਾ ਫਲ ਇਹ ਹੋਊਗਾ ਕਿ ਤੇਰਾ ਜਿਹੜਾ ਚਿੱਤ ਵਾ ਇੰਗਲੈਂਡ ਦੇ ਵਿੱਚ ਕੰਮਾਂ ਕਾਰਾਂ 'ਚ ਘਰ ਗ੍ਰਸਤੀ ਦੇ ਵਿੱਚ ਵਧੇਰੇ ਲੱਗਣਾ ਸ਼ੁਰੂ ਹੋ ਜਾਊਗਾ। ਅਤੇ ਕਹਿੰਦੇ ਫਿਰ ਉਹ ਜਿਹੜਾ ਲੜਕੇ ਦੇ ਇਸ ਚਿੱਠੀ ਵਿੱਚ ਸਾਰਾ ਜਿਹੜਾ ਜ਼ਿਕਰ ਸੀਗਾ ਇਹ ਆਪਣੀ ਮਾਤਾ ਦੇ ਨਾਲ ਜਿਹੜਾ ਸੀ ਚਿੱਠੀ 'ਚ ਸਾਂਝਾ ਕੀਤਾ ਸੀਗਾ। ਅਤੇ ਫਿਰ ਆਪਣੀ ਮਾਤਾ ਨੂੰ ਇਹ ਆਖਿਆ ਸੀਗਾ ਕਿ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਹੁਣ ਫਿਕਰ ਨਹੀਂ ਕਰਨਾ, ਕਿਉਂਕਿ ਹੁਣ ਮੇਰਾ ਚਿੱਤ ਇੰਗਲੈਂਡ 'ਚ ਲੱਗ ਗਿਆ ਹੈਗਾ, ਪਰ ਮੈਨੂੰ ਇਹ ਦੱਸਣਾ ਕਿ ਸੰਤ ਬਾਬਾ ਹਰਨਾਮ ਸਿੰਘ ਹੋਣੀ ਜਿਹੜੇ ਉਹ ਇੰਗਲੈਂਡ ਦੇ ਵਿੱਚ ਕਿਸ ਸੱਜਣ ਕੋਲ ਰਹਿ ਰਹੇ ਆ, ਕਿੱਥੇ ਹੈਗੇ ਆ, ਅਤੇ ਕਿੰਨੇ ਦਿਨ ਰਹਿਣਾ ਹੈ। ਕਿਉਂਕਿ ਉਸ ਲੜਕੇ ਨੇ ਇਹ ਦੱਸਿਆ ਸੀ ਆਪਣੀ ਮਾਤਾ ਨੂੰ ਕਿ ਮਹਾਂਪੁਰਖਾਂ ਦੇ ਕੋਲ ਮੈਂ ਜਾਣੀ ਕਿ ਇੰਨਾ ਜ਼ਿਆਦਾ ਜਿਹੜਾ ਸੀਗਾ ਉਹ ਸੰਕੋਚ ਗਿਆ ਸੀਗਾ ਕਿ ਮੈਂ ਉਹਨਾਂ ਕੋਲ ਇਹ ਨਹੀਂ ਪੁੱਛ ਸਕਿਆ ਕਿ ਕੋਈ ਕਿਸ ਜਗ੍ਹਾ ਠਹਿਰੇਗਾ ਅਤੇ ਕਿੰਨਾ ਚਿਰ ਇੱਥੇ ਇੰਗਲੈਂਡ 'ਚ ਰੁਕਣਗੇ। ਇਸ ਕਰਕੇ ਮਾਤਾ ਜੀ ਤੁਸੀਂ ਜਾ ਕੇ ਬਾਬਾ ਹਰਨਾਮ ਸਿੰਘ ਉਹਨਾਂ ਦੇ ਡੇਰੇ 'ਤੇ ਜਾ ਕੇ ਇਹ ਗੱਲ ਪੁੱਛਣਾ ਕਿ ਮਹਾਂਪੁਰਖ ਇੰਗਲੈਂਡ ਦੇ ਵਿੱਚ ਕਿਸ ਸੱਜਣ ਕੋਲ ਜਿਹੜੇ ਹੈਗੇ ਉਹ ਰਹਿ ਰਹੇ ਆ, ਕਿੰਨਾ ਚਿਰ ਰੁਕਣਾ ਹੈਗਾ, ਇਹ ਸਾਰੀ ਖਬਰ ਮੈਨੂੰ ਦੱਸਣੀ। ਪਰ ਦੇਖੋ ਜਦ ਇਹ ਜਿਹੜੀ ਚਿੱਠੀ ਦੇ ਵਿੱਚ ਸਾਰੀ ਗੱਲਬਾਤ ਲਿਖੀ ਸੀ, ਅਤੇ ਫਿਰ ਇਹ ਚਿੱਠੀ ਬਾਬਾ ਸੇਵਾ ਸਿੰਘ ਹੋਣਾ ਨੇ ਪੜ੍ਹ ਕੇ ਜਿਹੜੀ ਸੀ ਉਹ ਸੁਣਾਈ ਸੀ। ਅਤੇ ਜਦੋਂ ਚਿੱਠੀ ਜਿਹੜੀ ਪੜ੍ਹ ਕੇ ਸੁਣਾਈ ਸੀ, ਫਿਰ ਬਾਬਾ ਹਰਨਾਮ ਸਿੰਘ ਹੋਣਾ ਨੇ ਚਿੱਠੀ ਭਾਈ ਸੇਵਾ ਸਿੰਘ ਹੋਣਾ ਤੋਂ ਫੜ ਕੇ ਜਿਹੜੀ ਸੀ ਉਹ ਪਾੜ ਕੇ ਆਪਣੀ ਜੇਬ 'ਚ ਪਾ ਲਈ, ਅਤੇ ਨਾਲ ਇਹ ਇਸ਼ਾਰਾ ਦੇ ਦਿੱਤਾ ਕਿ ਭਾਈ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਇਹਨਾਂ ਨੂੰ ਜਾਣੀ ਕਿ ਇੱਥੇ ਹੀ ਜਿਹੜਾ ਰੋਕ ਦੇਣਾ ਚਾਹੀਦਾ, ਬਾਹਰ ਪ੍ਰਗਟ ਨਹੀਂ ਕਰਨਾ ਚਾਹੀਦਾ। ਸੋ ਇਹ ਗੱਲ ਹੋਈ, ਅਤੇ ਪਰ ਉਹ ਜਿਹੜੀ ਬੀਬੀ ਮਾਡਲ ਟਾਊਨ ਵਾਲੀ ਸੀਗੀ ਉਹ ਪੂਰੀ ਤਰ੍ਹਾਂ ਇਹ ਗੱਲ ਸਮਝ ਗਈ ਸੀਗੀ, ਅਤੇ ਉਹਨੇ ਸੰਤ ਬਾਬਾ ਹਰਨਾਮ ਸਿੰਘ ਦੇ ਚਰਨਾਂ 'ਚ ਮੱਥਾ ਟੇਕਿਆ। ਉਹਨੂੰ ਪਤਾ ਲੱਗ ਗਿਆ ਕਿ ਬਾਬਾ ਹਰਨਾਮ ਸਿੰਘ ਤਾਂ ਕਿਤੇ ਨਹੀਂ ਗਏ, ਬਾਬਾ ਹਰਨਾਮ ਸਿੰਘ ਤਾਂ ਇੱਥੇ ਹੀ ਸੇਵਾ ਕਰਦੇ ਆ, ਪਰ ਆਪਣੇ ਸੂਖਮ ਸਰੀਰ ਨਾਲ ਦੁਨੀਆ ਦੇ ਕਿਸੇ ਵੀ ਖੇਤਰ ਦੇ ਵਿੱਚ ਜਿਹੜੀ ਹੈ 1 ਸੈਕਿੰਡ ਦੇ ਵਿੱਚ ਜਾ ਸਕਦੇ ਆ, ਅਤੇ ਉੱਥੇ ਸਾਰੀਆਂ ਜੋ ਕਾਰਗੁਜ਼ਾਰੀਆਂ ਹੈ ਮਹਾਂਪੁਰਖਾਂ ਦੀਆਂ ਉਹ ਕਰ ਸਕਦੇ ਆ। ਅਤੇ ਉਹ ਬੀਬੀ ਜਿਹੜੀ ਸੀ ਉਹ ਖੁਸ਼ੀ ਦੇ ਨਾਲ ਵੀ ਜਿਹੜੀ ਸੀਗੀ ਫਿਰ ਵਾਪਸ ਮਾਡਲ ਟਾਊਨ ਚਲੀ ਗਈ। ਅਤੇ ਉਸ ਤੋਂ ਬਾਅਦ ਫਿਰ ਸੰਤ ਬਾਬਾ ਹਰਨਾਮ ਸਿੰਘ ਨੇ ਭਾਈ ਸੇਵਾ ਸਿੰਘ ਨੇ ਇਹ ਗੱਲ ਸਾਂਝੀ ਕੀਤੀ ਸੀ, ਕਹਿਣ ਲੱਗੇ ਸੀਗੇ ਕਿ ਸਾਡੇ ਉੱਤੇ ਅਕਾਲ ਪੁਰਖ ਨੇ ਐਸੀ ਬਖਸ਼ਿਸ਼ ਕੀਤੀ ਆ ਕਿ ਅਸੀਂ ਜਦ ਚਾਹੀਏ ਜਿੱਥੇ ਚਾਹੀਏ ਜਿਸ ਜਗ੍ਹਾ 'ਤੇ ਵੀ ਚਾਹੀਏ ਛਿਣ ਦੇ ਵਿੱਚ ਪਹੁੰਚ ਸਕਦੇ ਹਾਂ, ਅਤੇ ਸਾਡਾ ਜਿਹੜਾ ਸੂਖਮ ਸਰੀਰ ਹੈ ਇਸ ਨੂੰ ਕੋਈ ਪਹਿਚਾਣ ਨਹੀਂ ਸਕਦਾ, ਕਿਉਂਕਿ ਇਹ ਆਮ ਸਰੀਰ ਦੀ ਤਰ੍ਹਾਂ ਹੀ ਜਿਹੜਾ ਦਿਖਾਈ ਦਿੰਦਾ। ਉੱਥੇ ਅਸੀਂ ਗੱਲਬਾਤ ਕਰ ਸਕਦੇ ਹਾਂ, ਕੰਮਕਾਰ ਕਰ ਸਕਦੇ, ਸਭ ਕੁਛ ਕਰ ਸਕਦੇ ਹਾਂ। ਜਿਵੇਂ ਅਸੀਂ ਇੰਗਲੈਂਡ ਦੇ ਵਿੱਚ ਜਾ ਕੇ ਉਸ ਬੱਚੇ ਨੂੰ ਜਿਹੜਾ ਸੀਗਾ ਉਹ ਸਾਰੀ ਸਿੱਖਿਆ ਦਿੱਤੀ ਆ, ਅਤੇ ਉਹਨੂੰ ਸਮਝਾ ਬੁਝਾ ਕੇ ਪਾਰਕ ਦੇ ਵਿੱਚ ਉਹਨੂੰ ਦਿਲਾਸਾ ਦੇ ਕੇ ਉਹਨੂੰ ਉੱਥੇ ਹੀ ਕੰਮ ਦੇ ਉੱਤੇ ਜਿਹੜਾ ਦੁਬਾਰਾ ਸੈੱਟ ਕਰ ਦਿੱਤਾ ਹੈਗਾ। ਸੋ ਇਹ ਆ ਸੰਤ ਬਾਬਾ ਹਰਨਾਮ ਸਿੰਘ ਨੇ ਰਾਮਪੁਰ ਖੇੜਾ ਵਾਲੇ ਮਹਾਂਪੁਰਖਾਂ ਦੀ ਐਡੀ ਉੱਚੀ ਆਤਮਿਕ ਅਵਸਥਾ ਜਿਹੜੀ ਆ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈਗਾ ਕਿ ਉਹਨਾਂ ਨੇ ਅਜਰ ਨੂੰ ਕਿਵੇਂ ਜਰਿਆ ਹੋਇਆ ਹੈ, ਅਤੇ ਅਕਾਲ ਪੁਰਖ ਵਾਹਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੀ ਕਿਵੇਂ ਉਹਨਾਂ ਦੇ ਉੱਤੇ ਜਿਹੜੀ ਅਟੁੱਟ ਕਿਰਪਾ ਅਟੁੱਟ ਮਹਿਮਾ ਜਿਹੜੀ ਉਹ ਵਰਤ ਰਹੀ ਹੈ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।